रहीम अस्सलाम वालेकुम व्यूवर्स, वेलकम टू किसान दोस्त। मौजूद व्यूवर्स, आज मैं बहावल नगर में एक माल्टा फार्म पर मौजूद हूँ। माल्टा फार्मिंग के हवाले से मुकम्मल इन्फॉर्मेशन आपके साथ शेयर करूँगा। तो माल्टा फार्मिंग के हवाले से ये वीडियो नहायत ही मुफीद और इन्फॉर्मेटिव है। आपसे करता हूँ रिक्वेस्ट, वीडियो को एंड तक ज़रूर देखें, आपको सीखने को बहुत कुछ मिलेगा। तो चलें इस माल्टा फार्म के ओनर से करते हैं गुफ्तगू। वालेकुम सलाम। की हाल है भाई, कैसी तबीयत? अल्लाह दा करम, अपनी सुनाओ जी। भाई अपना नाम दस दियो, सईद अहमद बाजवा। अपनी लोकेशन भी दस दियो। 178 सेवनार, तहसील फुरटबाद, जिला बहावल नगर। किन्ने सालों तो फार्मिंग करते हो पे माल्टे दी? ये कम से कम असी 30-40 साल तो कर रहे हैं। 30-40 साल तो यह जिहड़ा बाग लगाया से ये किन्ने एकड़ ते मुश्तमिल है ते ये कदों दा लग्गा है? 14 एकड़ ते तकरीबन है साढ़े कोल। हाँ जी। असी गां जिहड़े एकड़ रह गए साढ़े 11-12 वो फिर असी बीज छड़े ने। सही। ते ए वाला यानी किन्ने सालों तो लग्गा है बाग जिहड़ा असी हुण देख रहे हैं? ए बाग जिहड़ा लग्गा है ना भाई, ये साढ़ा तकरीबन 30-40 साल तो लग्गा है। जिहड़ा कोई नागा हुंदा ओहदे विच पूरा करी हमने असी, जिहड़ा कम हो जांदा वो फिर उवें दा उवें लगा रहिंदा। अगर न्यू एकड़ लगाया जाए ਉਹਦੇ ਚ पौधा ਜਿਹੜਾ पौधे तो पौधे ਦਾ फासला कितना रखा ਜਾਂਦਾ है? ਜਿਹੜਾ ਪੁਰਾਣੇ ਪੌਦੇ ਸਾ ਉਹ 72 ਸਾਂ ਸੀ ਲਾਏ ਕਿੱਲੇ ਵਿੱਚ, ਲੇਕਿਨ ਹੁਣ ਜਿਹੜਾ ਲੱਗ ਰਿਹਾ ਵੇ ਉਹ 110-120 ਬੂਟਾ ਲੱਗ ਰਿਹਾ ਕਿੱਲੇ 'ਚ। पौधे तो पौधे ਦਾ फासला कितना है? ਤਕਰੀਬਨ ਜਿਹੜਾ ਹੁਣ ਅਸੀਂ ਰੱਖ ਰਹੇ ਹਾਂ 20 ਤੋਂ 20 ਦਾ ਰੱਖ ਰਹੇ ਹਾਂ। 20 ਫੁੱਟ ਤਕਰੀਬਨ। ਕਿੰਨੂ ਇੱਕੋ ਨਸਲ ਦਾ ਹੁੰਦਾ ਜਾਂ ਇਹਦੀਆਂ ਮੁxtਲਿਫ ਨਸਲਾਂ ਹੁੰਦੀਆਂ ਨੇ? ਨਸਲਾਂ ਹੁੰਦੀਆਂ, ਲੇਕਿਨ ਜ਼ਿਆਦਾ ਜਿਹੜਾ ਪਤਲੀ ਛਿੱਲੜ ਵਾਲਾ ਹੁੰਦਾ ਨਾ ਇਹ ਜ਼ਿਆਦਾ ਲਾਈਕ ਕੀਤਾ ਜਾਂਦਾ ਵੇ। ਇਹ 'ਚ ਪਾਣੀ ਜ਼ਿਆਦਾ ਹੁੰਦਾ ਵੇ, ਇਹ ਮਹਿੰਗਾ ਵਿਕਦਾ। ਇਹਨੂੰ ਸਿਰਫ ਪਤਲੀ ਛਿੱਲੜ ਵਾਲਾ ਹੀ ਕਹਿੰਦੇ ਹੋ ਜਾਂ ਇਹਦਾ ਕੋਈ ਮਖਸੂਸ ਨਾਂ ਹੈ? ਨਹੀਂ, ਬਸ ਤਕਰੀਬਨ ਇਹ ਹੀ ਹੈ। ਦੱਸਿਓ ਕਿੰਨੂ ਦਾ ਪੌਦਾ ਇੱਕ ਕਿੰਨੇ ਦਾ ਮਿਲ ਜਾਂਦਾ ਹੈ? ਤਕਰੀਬਨ ਤੁਸੀਂ ਪੱਤੋਂ ਕੀ ਜਾ ਕੇ ਪਟਾਓਗੇ ਨਾ, ਜੇ ਖੁਦ ਪਟਾ ਕੇ ਲਿਆਓ ਤਕਰੀਬਨ 120-30 ਇੱਥੇ ਤੱਕ ਤੁਹਾਨੂੰ 150 ਰੁਪਏ ਦਾ ਪੈ ਜਾਂਦਾ। 150 ਰੁਪਏ ਦਾ ਪੌਦਾ ਪੈ ਜਾਂਦਾ ਤੇ 120 ਪੌਦੇ ਕਿੱਲੇ ਚ ਲਾਣੇ। ਇੱਕ ਲਾਣੇ। ਤੁਸੀਂ ਇਹ ਵੀ ਦੱਸਿਆ 72 ਪੌਦੇ ਵੀ ਲੱਗਦੇ ਨੇ, 120 ਵੀ ਲੱਗਦੇ ਨੇ, ਤੁਸੀਂ ਕੀ ਜ਼ਿਆਦਾ ਪ੍ਰੈਫਰ ਕਰਦੇ ਹੋ? ਅਸੀਂ ਹੁਣ 72 ਜੇ ਲਾਏ ਨਾ ਤੇ 72 ਦੇ ਵਿੱਚ ਇਹ ਤੁਸੀਂ ਫਸਲ ਬੀਜ ਸਕਦੇ ਹੋ। ਜੇਕਰ 120 ਤੁਸੀਂ ਲਾਣੇ ਹੋਣ ਤੇ ਫਿਰ ਫਸਲ ਨਹੀਂ ਬੀਜ ਸਕਦੀ, ਬਸ ਸਿਰਫ ਇਹ ਕਿ ਟਰੈਕਟਰ ਫਿਰ ਈਜ਼ੀ ਨਹੀਂ ਫਿਰਦਾ। ਸਹੀ। ਇੱਕ ਕਿੱਲੇ ਦਾ ਬਾਗ ਲਾਣਾ ਹੋਏ ਤੇ ਕਿੰਨੇ ਬੰਦੇ ਲੱਗਣ ਤੇ ਦਿਹਾੜੀ ਚ ਮੁਕਾ ਛੱਡਦੇ ਨੇ? ਤਕਰੀਬਨ ਇਹ ਤੇ ਆਪਣੀ ਹਿੰਮਤ ਹੈ ਬਾਈ। ਸਹੀ। ਕਿ ਤਕਰੀਬਨ ਅਸੀਂ 3-4 ਕਿੱਲੇ ਵੀ ਲਾ ਲਈਦਾ। ਕਿਉਂਕਿ 120 ਬੂਟੇ ਜਿਹੜਾ ਵੇ ਫਿਰ ਉਹਦੀ ਗਡਾਈ ਤਕਰੀਬਨ 2 ਫੁੱਟ 1.5 ਫੁੱਟ ਹੁੰਦੀ ਹੈ। ਜਦੋਂ ਇਹ ਗਡਾਈ ਕਰਦੇ ਹੋ ਪਹਿਲਾਂ ਤੁਸੀਂ ਤਿਆਰ ਕਰਨੀ ਹੈ, ਉਹਦੇ ਚ ਜਦੋਂ ਖੱਡਾ ਖੋਦਦੇ ਹੋ ਉਹਦੇ ਵਿੱਚ ਕੋਈ ਮਖਸੂਸ ਖਾਦ ਵਗੈਰਾ ਜਾਂ ਇਹੋ ਜਿਹੀਆਂ ਕੋਈ ਚੀਜ਼ਾਂ ਪਾਉਂਦੇ ਹੋ ਜਾਂ ਡਾਇਰੈਕਟ ਪੌਦਾ ਲਾ ਦਿੰਦੇ? ਸਿਰਫ ਪੌਦਾ ਲਾ ਦਿੰਦਾ। ਪੌਦੇ ਤੋਂ ਬਾਅਦ ਫਿਰ ਜਿਹੜੀ ਤਕਰੀਬਨ ਇਹਦੀਆਂ ਖਾਦਾਂ ਹੁੰਦੀਆਂ ਨੇ, ਯੂਰੀਆ, DAP, ਗਵਾਰਾ, ਪੋਟਾਸ਼, ਇਹ ਫਿਰ ਰੂਟੀਨ ਨਾਲ ਫਿਰ ਥੋੜੀ ਪਾਈ ਰੱਖੀ ਦੀਆਂ। ਇਹ ਕਿੰਨੀ ਮਿਕਦਾਰ ਚ ਪਾਉਂਦੇ ਹੋ? ਤਕਰੀਬਨ ਜਿੰਨਾ ਪੌਦੇ ਨੂੰ ਗਰੋਥ ਹੁੰਦਾ, ਜਿਹੜਾ ਵੱਡਾ ਪੌਦਾ ਹੋਵੇ ਉਹਨੂੰ ਕਿਲੋ 1.5 ਕਿਲੋ ਵੀ ਘੱਟ ਤੋਂ ਘੱਟ ਪਾ ਲਈ ਦੀ ਹੈ। ਜਿਹੜਾ ਛੋਟਾ ਪੌਦਾ ਤਕਰੀਬਨ ਅੱਧਾ ਕਿਲੋ, ਜਿਹੜਾ ਸਭ ਤੋਂ ਛੋਟਾ ਉਹਨੂੰ ਮੁੱਠ ਪਾਈ ਦੀ। ਇੱਕ ਮੁੱਠ ਪਾਉਂਦੇ ਹੋ? ਅੱਛਾ, ਇਹ ਦੱਸਿਓ ਕਿ ਜਦੋਂ ਪਹਿਲੀ ਵਾਰੀ ਤੁਸੀਂ ਪੌਦੇ ਲਾ ਲੈਣੇ ਕਿੰਨੇ ਚਿਰ ਬਾਅਦ ਉਹਨੂੰ ਪਾਣੀ ਦਿੰਦੇ ਹੋ? ਤਕਰੀਬਨ ਪਾਣੀ ਤੇ ਫਿਰ ਇਹ ਵੇ ਕਿ ਨਹਿਰੀ ਪਾਣੀ ਜਦੋਂ ਵੀ ਮਿਲ ਜਾਵੇ, ਤਕਰੀਬਨ ਜ਼ਿਆਦਾਤਰ ਜਿਹੜਾ ਹੈ ਕਿ ਮਹੀਨਾ ਜਿਹੜਾ ਇਹ ਪੌਦਾ ਈਜ਼ੀ ਕੱਢ ਜਾਂਦਾ ਹੈ। ਅਗਰ ਇੱਕ ਦਫਾ 15 ਦਿਨ ਦੀ ਟੈਨਸ਼ਨ ਕੋਈ ਨਾ ਮਿਲੇ ਤੇ 1.5 ਮਹੀਨਾ ਵੀ ਟੈਨਸ਼ਨ ਕੋਈ ਨਹੀਂ। ਸਹੀ। ਇੱਕ ਵਾਰੀ ਪਾਣੀ ਲੱਗੇ ਤੇ 15-20 ਦਿਨ ਜਾਂ ਮਹੀਨਾ ਈਜ਼ੀ ਕੱਢ ਜਾਂਦਾ, ਈਜ਼ੀਲੀ ਕੱਢ ਜਾਂਦਾ ਹੈ। ਅੱਛਾ ਦੱਸਿਓ, ਇਹਨੂੰ ਕੋਈ ਸਪਰੇਵਾਂ ਵਗੈਰਾ ਵੀ ਕਰਦੇ ਜਾਂ ਖਾਲੀ? ਸਪਰੇਵਾਂ ਦੀਆਂ ਬਿਲਕੁਲ ਨੇ। ਇਹਨੂੰ ਇੰਜ ਤੇਲਾਂ ਦੀ ਬਿਮਾਰੀ ਹੋ ਜਾਂਦੀ ਹੈ, ਫਿਰ ਇਹਦੇ ਗਰੋਥ 'ਚ ਫਰਕ ਆ ਜਾਂਦਾ ਵੇ। ਤਾਜ਼ੇ ਪੱਤਰ ਨਾ ਨਿਕਲਦੇ ਤੇ ਫਿਰ ਬੂਟਾ ਛੋਟਾ ਰਹੇਗਾ ਤੇ ਫਿਰ ਉਹ ਸਪਰੇਵਾਂ ਤੇ ਲਾਜ਼ਮੀ ਨਾ। ਸਪਰੇਵਾਂ ਕਿਹੜੀਆਂ ਕਰਦੇ ਹੋ? ਸਪਰੇਵਾਂ ਤਕਰੀਬਨ ਤੇਲੇ ਦੀਆਂ ਕਈ ਹੁੰਦੀਆਂ ਨੇ। ਅਗਰ 120 ਪੌਦਾ ਲਗਾਇਆ ਹੈ ਤੇ ਕਿੰਨੇ ਸਾਲ ਤੱਕ ਉਸ ਖੇਤ 'ਚੋਂ ਅਸੀਂ ਫਸਲ ਲੈ ਸਕਨੇ ਆ? ਚੌਥੇ ਸਾਲ ਤੁਸੀਂ ਇਨਸ਼ਾਅੱਲਾ ਫਸਲ ਲੈ ਸਕਦੇ ਹੋ। ਚੌਥੇ ਸਾਲ ਤੱਕ ਲੈ ਸਕਦੇ ਹੋ ਗੋਡੀਆਂ ਤੇ ਉਹਦੀ ਹਿੰਮਤ ਨਾਲ ਤੁਸੀਂ ਉਹਦਾ ਕੰਮ ਕਰਦੇ ਰਹੋ। ਸਹੀ। 172 ਜੇ ਖਾਲੀ 72 ਪੌਦੇ ਲਾਏ ਨੇ ਤੇ ਫਿਰ ਕਿੰਨੇ ਚਿਰ ਤੱਕ ਫਸਲ ਲਈ ਜਾ ਸਕਦੀ? ਫਸਲ 19 ਚਿਰ 'ਚ ਲਓਗੇ, ਲੇਕਿਨ 72 ਵਿੱਚ ਇਹ ਤੁਸੀਂ ਫਸਲ ਦੂਸਰੇ ਪੱਠੇ ਬੀਜ ਸਕਦੇ ਹੋ, ਛੋਟੀਆਂ ਮੋਟੀਆਂ ਫਸਲਾਂ ਬੀਜ ਸਕਦੇ। ਜਿਵੇਂ ਮੈਂ ਬੀਜੀਆਂ ਨੇ ਤੇ ਮੈਂ ਹੁਣ ਤਕਰੀਬਨ ਜੋ ਬੂਟੇ ਘੱਟ ਲਾਏ ਨੇ ਤੇ ਮੈਂ 60-70 ਦਾ ਦੀ ਹੁਣ ਕਣਕ ਖਲੋਤੀ ਕਣਕ ਵੇਚ ਵੀ ਲੈਣੀ ਕੋਈ। ਤੁਸੀਂ ਗੋਡੀਆਂ ਦਾ ਤਜ਼ਕਰਾ ਕੀਤਾ, ਇੱਕ ਸਾਲ 'ਚ ਕਿੰਨੀ ਦਫਾ ਗੋਡੀ ਦਿੰਦੇ ਹੋ? ਗੋਡੀ ਭਾਈ ਤਕਰੀਬਨ ਜਿਹੜੀ ਇਹ ਗਰਮੀ ਦੇ ਵਿੱਚ ਹੁੰਦੀ ਹੈ 5-4 ਵਾਰੀ ਕਰ ਲਈਦੀ, ਸਰਦੀ ਵਿੱਚ 2 ਵਾਰੀ ਬੜੀ ਹੁੰਦੀ ਕਿਉਂਕਿ ਸਰਦੀ ਵਿੱਚ ਗੰਦ ਵੀ ਘੱਟ ਉੱਗਦਾ ਤੇ ਜਿੰਨੀ ਗੋਡੀ ਕਰੋਗੇ ਕਿੰਨੂ ਦੀ ਗਰੋਥ ਵੇਖੋ ਉਤਨੀ ਮੋਟਾਈ ਅੱਛੀ ਹੋਏਗੀ। ਨਾ ਕਰੋਗੇ ਤੇ ਫਿਰ ਕਿੰਨੂ ਏਡਾ ਮੋਟਾ ਨਹੀਂ ਹੋਏਗਾ। ਕਿੰਨੇ ਸਾਲ ਬਾਅਦ ਇਹ ਉਤੋਂ ਫਲ ਉਤਰਨਾ ਸ਼ੁਰੂ ਹੋ ਜਾਂਦਾ ਹੈ? ਤਕਰੀਬਨ 4 ਸਾਲ ਬਾਅਦ ਉਤਰਨਾ ਸ਼ੁਰੂ ਹੋ ਜਾਂਦਾ। ਪਹਿਲੇ 3 ਸਾਲ ਵੈਸੇ ਇੰਤਜ਼ਾਰ ਕਰਨਾ ਪੈਂਦਾ ਹੈ? ਨਹੀਂ, ਤੀਸਰੇ ਸਾਲ ਤਕਰੀਬਨ 1-2 ਦਾਣਾ ਲੱਗੇਗਾ, ਤੁਸੀਂ ਵੇਖਿਆ ਵੀ ਹੋਏਗਾ ਇੱਥੇ। ਲੇਕਿਨ 4 ਸਾਲ ਬਾਅਦ ਤੁਸੀਂ ਜੇ ਵੇਚਣਾ ਹੈ ਨਾ 4 ਸਾਲ ਬਾਅਦ ਤੁਸੀਂ ਵੇਚਣਾ ਸ਼ੁਰੂ ਕਰ ਦੋਗੇ। ਚੌਥੇ ਸਾਲ ਜਦੋਂ ਫਾਰਮ ਸੇਲ ਕਰੀਏ ਅਸੀਂ ਪੂਰਾ ਬਾਗ ਇੱਕ ਕਿੱਲੇ ਦਾ, ਤੇ ਕਿੰਨੇ ਦਾ ਕਿੱਲਾ ਸੇਲ ਹੋ ਜਾਂਦਾ ਹੈ? ਤਕਰੀਬਨ ਜਿਹੜੇ ਸਾਡੇ ਕਿੱਲੇ ਇੱਥੇ ਸੇਲ ਮੈਂ ਖੁਦ ਕੀਤੇ ਨਾ, ਇਹ ਮੈਂ ਤਕਰੀਬਨ ਜਿਨ੍ਹਾਂ ਵਿੱਚ ਫਸਲ ਵੀ ਬੀਜ ਰਿਹਾ ਵਾਂ, ਮੈਂ 2 ਲੱਖ ਦਾ ਸੇਲ ਕੀਤਾ ਵੇ। 14 ਕਿੱਲੇ ਬਾਗ ਹੈ ਮੇਰਾ। ਇਹ ਤੇ ਤੁਹਾਡਾ ਪੁਰਾਣਾ ਹੋ ਗਿਆ, ਲੇਕਿਨ ਜਦੋਂ ਇਹ ਨਿਊ ਬਾਗ ਤਿਆਰ ਹੋਣਾ ਉਹ ਇੱਥੇ ਸਾਡੇ ਇਲਾਕੇ ਦੇ ਨਜ਼ਦੀਕ 3 ਲੱਖ 4 ਲੱਖ ਦਾ ਈਜ਼ੀ ਵਿਕ ਰਿਹਾ। ਜਿਹੜਾ 1 ਲੱਖ 120 ਬੂਟਾ ਹੈ, 10 ਬੂਟਾ ਹੈ ਨਾ, ਉਹ ਤਕਰੀਬਨ ਇਤਨੇ ਦਾ ਵਿਕ ਰਿਹਾ।
ਸਹੀ। ਜਦੋਂ ਪੁਰਾਣਾ ਹੋ ਜਾਂਦਾ ਜ਼ਿਆਦਾ ਫਲ ਕੱਟ ਜਾਂਦਾ ਜਾਂ ਘਟਾ ਜਾਂਦਾ ਆਸਤਾ ਇਹ ਮਾਲਕ ਦੇ ਸਿਰ ਤੇ ਵੇ ਜੀ। ਸਹੀ। ਕਦੀ ਬੂਟਾ ਬੁੱਢਾ ਨਹੀਂ ਹੁੰਦਾ, ਮਾਲਕ ਬੁੱਢਾ ਹੁੰਦਾ। ਅਮਰੂਦ ਦੀ ਤਿਆਰੀ ਵਾਸਤੇ ਉਹਦੇ ਪੱਤਰ ਵਗੈਰਾ ਕੱਟੇ ਜਾਂਦੇ ਨੇ ਹਰ ਸਾਲ ਹੀ, ਕਿਆ ਇਹਦੀ ਤਿਆਰੀ ਵਾਸਤੇ ਵੀ ਕੋਈ ਪੱਤਰ ਕੱਟਣ ਦੇ ਕੋਈ ਹੁੰਦਾ ਸਾਹਿਬ? ਬਾਈ ਇਹ ਵੇ ਕਿ ਤਕਰੀਬਨ ਸੁੱਕੀ ਢਿੰਗਰੀ ਲੈ ਜਾਏ ਤੇ ਉਹਦੇ ਵਾਸਤੇ ਇਹ ਕਟਾਈ ਥੋੜੀ ਬਹੁਤੀ ਹੁੰਦੀ ਹੈ ਕਿ ਜਿਹੜੀ ਇਹ ਸੁੱਕੀ ਢਿੰਗਰੀ ਜਿਹੜੀ ਇਹ ਖਤਮ ਕਰਨ ਵਾਸਤੇ ਇਹਦਾ ਮਸਲਾ ਇਹਨੂੰ ਖਤਮ ਕਰਨਾ ਪੈਂਦਾ, ਫਿਰ ਗਰੋਥ ਅੱਛੀ ਹੁੰਦੀ ਹੈ। ਘੱਟ ਤੋਂ ਘੱਟ ਕਿੰਨੇ ਪੈਸਿਆਂ 'ਚ ਸੇਲ ਹੋ ਜਾਂਦਾ? ਸਪੋਜ਼ ਕਰੋ ਕਿ ਸਹੀ ਪੌਦੇ ਨਹੀਂ ਤਿਆਰ ਹੋਏ ਜਾਂ ਸਹੀ ਕੇਅਰ ਨਹੀਂ ਕੀਤੀ ਗਈ ਤਾਂ ਕਿੰਨੇ 'ਚ ਸੇਲ ਹੋ ਜਾਏਗਾ? ਅਗਰ ਇੱਥੇ ਬਾਈ ਟਿਊਬਵੈੱਲ ਲਾਵਾਂਗੇ, ਇਹਦੀ ਮਿਹਨਤ ਨਹੀਂ ਕਰਾਂਗੇ ਤੇ ਫਿਰ ਘੱਟ ਤੋਂ ਘੱਟ ਹੀ ਹੈ। ਅਗਰ ਜਿੰਨਾ ਗੁੜ ਉਨਾ ਮਿੱਠਾ। ਸਹੀ। ਤੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਦੱਸਿਆ 4 ਲੱਖ ਤੱਕ ਸੇਲ ਹੋ ਜਾਂਦਾ। 4 ਲੱਖ ਤੱਕ ਈਜ਼ੀ ਜਾਂਦਾ। ਉਹ ਬਾਗ ਜਿਹੜਾ 4 ਲੱਖ 'ਚ ਸੇਲ ਕਰ ਰਹੇ ਆ, ਅਗਰ ਕੋਈ ਖੁਦ ਮਿਹਨਤ ਕਰਦਾ ਹੈ, ਖੁਦ ਤੋੜ ਕੇ ਮੰਡੀ 'ਚ ਖੜਦਾ ਹੈ ਤੇ ਫਿਰ ਉਹ ਕਿੰਨੇ ਦਾ ਸੇਲ ਕਰ ਸਕਦਾ? ਲੱਖ ਉੱਤੇ ਹੋਰ ਕਰ ਲੈ, ਲੱਖ ਆਪਣੀ ਬਚਤ ਕੱਢ ਜਾਏਗਾ। ਸਹੀ। ਅਗਰ ਉਹ ਕੋਈ ਵਪਾਰੀ ਲੈ ਰਿਹਾ ਤੇ ਫਿਰ ਬਚਤ ਜ਼ਾਹਰੀ ਗੱਲ ਹੈ ਉਹਨੇ ਉਹ ਕੈਰਜ ਵੀ ਉਹਨੂੰ ਪੈਣਾ ਵੇ, ਉਹ ਮਾਲੀ ਦੀ ਵੀ ਫਿਰ ਉਹਦਾ ਮੁਨਾਫਾ ਵੀ ਹੁੰਦਾ ਵਿੱਚ। ਹਾਂਜੀ। ਇਹਨੂੰ ਤਿਆਰ ਕਰਨ ਦੀਆਂ ਇਹਤਿਆਤਾਂ ਕੀ ਨੇ? ਇਹਤਿਆਤਾਂ ਇਹਨੂੰ ਇਹ ਹੀ ਹੈ ਕਿ ਤਕਰੀਬਨ ਇਹਨੂੰ ਪਾਣੀ ਲਾ ਕੇ ਗੋਡੀ ਛੋਡੀ ਕਰਨੀ ਚਾਹੀਦੀ ਹੈ, ਯੂਰੀਆ, ਗਵਾਰਾ, ਉਸ ਤੋਂ ਬਾਅਦ ਪੋਟਾਸ਼, ਖਾਸ ਕਰ ਸਭ ਤੋਂ ਵੱਡਾ ਐਡਵਾਂਟੇਜ ਨਾ ਉਹ ਗੋਬਰ। ਕਿਹੜੇ ਇਲਾਕਿਆਂ 'ਚ ਜ਼ਿਆਦਾ ਹੁੰਦਾ ਹੈ? ਜ਼ਿਆਦਾਤਰ ਸਰਗੋਧਾ ਜ਼ਿਆਦਾ ਪਾਇਆ ਜਾਂਦਾ ਹੈ, ਲੇਕਿਨ ਸਰਗੋਧਾ ਹੁਣ ਸਾਡੇ ਤੋਂ ਬਹੁਤ ਪਿੱਛੇ ਰਹਿ ਗਿਆ। ਇਹ ਬਾਗ ਬਹੁਤ ਜਿਹੜੇ ਨੇ ਸਰਗੋਧੇ ਤੋਂ ਅੱਛੇ ਨੇ। ਸਹੀ। ਇਹਨੂੰ ਪਾਣੀ ਦੀ ਜ਼ਿਆਦਾ ਸ਼ਿੱਦਤ ਨਾਲ ਜ਼ਰੂਰਤ ਹੁੰਦੀ ਜਾਂ ਕਿ ਨਾਰਮਲ ਪਾਣੀ ਨਾਲ? ਨਹੀਂ, ਨਾਰਮਲ ਪਾਣੀ ਨਾਲ। ਤਕਰੀਬਨ ਇਹਨੂੰ ਟਿਊਬਵੈੱਲ ਤੋਂ ਬਚਾਈ ਰੱਖੋ, ਬਕਾਇਆ ਨਹਿਰੀ ਪਾਣੀ ਨਾਲ ਇੰਨੀ ਗਰੋਥ ਕਰਦਾ ਨਾ, ਟਿਊਬਵੈੱਲ ਨਾਲ ਕੰਮ ਕਰਦਾ। ਟਿਊਬਵੈੱਲ ਯਾਨੀ ਇੱਧਰ ਕੜਵਾ ਪਾਣੀ ਹੈ, ਜਿੱਧਰ ਮਿੱਠੇ ਪਾਣੀ ਨੇ, ਜਿੱਥੇ ਮਿੱਠੇ ਉੱਥੇ ਬਹੁਤ ਜ਼ਬਰਦਸਤ ਹੈ। ਸਹੀ। ਹਾਂਜੀ। ਅੱਛਾ, ਇਹਦੀਆਂ ਮੰਡੀਆਂ ਦੱਸਿਓ, ਕਿਹੜੀ ਮੰਡੀ 'ਚ ਇਹਨੂੰ ਸੇਲ ਕੀਤਾ ਜਾ ਸਕਦਾ, ਕਿੱਥੇ ਜ਼ਿਆਦਾ? ਮੰਡੀ ਵੱਡੀ ਤੇ ਮੇਰੇ ਕੋਲ ਵੱਡਾ ਬਾਗ ਹੈ ਤੇ ਇਹ ਤਕਰੀਬਨ ਜ਼ਿਆਦਾਤਰ ਲਾਹੌਰ ਜਾਂਦਾ ਵੇ, ਵੱਡੇ ਸ਼ਹਿਰਾਂ 'ਚ ਜਾਂਦਾ ਵੇ ਕਿ ਉਹਨਾਂ ਨੇ ਅੱਛੇ ਥਾਂ ਜਾਣਾ ਹੁੰਦਾ ਵੇ। ਤੇ ਉਸ ਤੋਂ ਬਾਅਦ ਜਿਹੜਾ ਇਹ ਬੂਟਾ ਲਿਆ ਕੇ ਅਸੀਂ ਲਾਈਦਾ, ਇਹ तकरीबन पत्तों की ज़्यादा नर्सरी साड़ी मशहूर है। सही। अच्छा, बता दीजिएगा कि कौन कौन सी ज़मीनों में से काश्त किया जा सकता है? कोई भी ज़मीन हो, लेकिन ये कि नॉर्मल ज़मीन जी उत्थे ज़्यादा अच्छी काश्त होंदी है। इत्थे साढ़े अगे पिछे नाल दे चाकते टिब्बे दे विच मज़ा नहीं आया। ਲੈਮਨ ਫਾਰਮਿੰਗ ਸੁਣਿਆ ਅੱਜ ਕੱਲ੍ਹ ਫਲਾਪ ਹੋ ਰਹੀ ਹੈ, ਮਾਰਕੀਟ 'ਚ ਉਹਦਾ ਰੇਟ ਨਹੀਂ ਮਿਲ ਰਿਹਾ। ਇਹਦੇ ਬਾਰੇ 'ਚ ਕੀ ਸਮਝਦੇ ਹੋ ਕਿ ਅਗਰ ਜ਼ਿਆਦਾ ਫਾਰਮ ਹੋ ਜਾਣਗੇ ਤੇ ਚੱਲਦਾ ਹੀ ਰਹੇਗਾ ਜਾਂ? ਨਿੰਬੂ ਮੈਂ ਲਾਇਆ ਤੇ ਬੜਾ ਜਿਹਾ ਹੈ, ਲੇਕਿਨ ਸਾਫਦਾਰ ਇੱਥੇ ਰੇਟ ਨਹੀਂ ਮਿਲਦਾ। ਇਸ ਵਾਸਤੇ ਮੈਂ ਨਿੰਬੂ ਗਾਂ ਮਸ਼ਰਾ ਜਿਹੜਾ ਵੇ ਕਿ ਇਸ ਵਾਸਤੇ ਮੈਂ ਤੇ ਕਾਮਯਾਬ ਨਹੀਂ ਸਮਝਦਾ ਕਿ ਸਾਡੇ ਵਾਲੀ ਸਾਈਡ ਤੋਂ ਨਿੰਬੂ ਨਹੀਂ ਜਾਂਦਾ। ਨਿੰਬੂ ਵੈਸੇ ਦੂਜੇ ਸ਼ਹਿਰਾਂ ਵਿੱਚ ਵੇਖੋ ਤੇ ਬੜਾ ਰੇਟ ਹੈ। ਅੱਛਾ, ਲੇਕਿਨ ਕਿੰਨੂੰ ਰੇਟ ਇਹਦਾ ਕੀ ਸਕੋਪ ਸਮਝਦੇ ਹੋ? ਅਗਲੇ ਚੰਦ ਸਾਲਾਂ 'ਚ ਅਗਰ ਮਜ਼ੀਦ ਬਾਗ ਵੱਧਦੇ ਨੇ ਤੇ ਰੇਟ ਇਹਦਾ ਠੀਕ ਹੀ ਰਹੇਗਾ ਜਾਂ ਇਹਦਾ ਵੀ ਰੇਟ ਲਿੰਬੂ ਤਰ੍ਹਾਂ ਹੋ ਜਾਏਗਾ? ਇਹ ਤੇ ਖਪਤ ਇੱਕ ਵੇਖੋ ਜੀ, ਇਹ ਸਾਡੇ ਬਾਹਰ ਦੇ ਮੁਲਕ ਵੀ ਜਾ ਰਹੀ ਹੈ, ਜਿਹੜਾ ਅੱਛਾ ਵੇ ਉਹ ਬਾਹਰ ਵੀ ਜਾ ਰਿਹਾ ਹੈ। ਇਹਦੀ ਖਪਤ ਪੂਰੀ ਹੋ ਸਕਦੀ ਨਹੀਂ ਨਾ, ਇਹ ਤੇ ਜਿੰਨਾ ਵੀ ਬੀਜ ਲਈਏ ਫਿਰ ਵੀ ਥੋੜਾ। ਅਗਰ ਮੈਂ ਬੀਜਿਆ ਤੇ ਮੇਰੇ ਪੂਰੇ ਚੱਕ 'ਚ ਤੇ ਨਾ ਕਿਸੇ ਬੀਜਿਆ। ਸਹੀ। ਅੱਛਾ ਜਨਾਬ, ਇਹ ਵੀ ਦੱਸਿਓ ਕਿ ਤੁਸੀਂ ਸਿਰਫ ਕਿੰਨੂ ਹੀ ਲਾਏ ਹੋਏ ਨੇ ਜਾਂ ਹੋਰ ਵੀ ਫਾਰਮਿੰਗ ਕਰ ਰਹੇ ਹੋ? ਨਹੀਂ ਭਾਜੀ, ਅਕਸਰੀਅਤ ਨਾ ਕਿੰਨੂ ਹੈ, ਲੇਕਿਨ ਅਸੀਂ ਵਿੱਚ ਮਸੰਮੀ ਵੀ ਹੈ, ਫਲੂਟਰ ਵੀ ਹੈ। ਲੇਕਿਨ ਪਹਿਲੇ ਅਸੀਂ ਮਸੰਮੀ ਜਿਹੜਾ ਵੇ ਉਹ ਟੁੱਟਦਾ, ਮਸੰਮੀ ਖਤਮ ਹੁੰਦੇ ਫਲੂਟਰ ਸ਼ੁਰੂ ਹੋ ਜਾਂਦਾ, ਫਲੂਟਰ ਖਤਮ ਹੁੰਦੇ ਕਿੰਨੂ ਸਾਡਾ ਸ਼ੁਰੂ ਹੋ ਜਾਂਦਾ ਵੇ। ਅੱਛਾ ਜਨਾਬ, ਇਹ ਵੀ ਦੱਸਿਓ ਕਿ ਇਹਦੇ 'ਚ ਜਿਹੜੀ ਤੁਸੀਂ ਫਸਲਾਂ ਲੈ ਰਹੇ ਹੋ, ਕਿਹੜੀ ਫਸਲ ਜ਼ਿਆਦਾਤਰ ਲਈ ਜਾ ਰਹੀ ਹੈ? ਅਸੀਂ ਭਾਈ ਜਾਨ ਜਿਹੜੀ ਫਸਲ ਲੈ ਰਹੇ ਨੇ ਕਿੰਨੂ ਤੋਂ ਬਾਅਦ, ਇਹ ਗੰਦਮ ਤੁਹਾਡੇ ਸਾਹਮਣੇ ਤਕਰੀਬਨ ਹੁਣ ਮੇਰੀ ਗੰਦਮ ਤਿਆਰ ਹੋ ਗਈ, ਮੈਂ ਕੱਚੀ ਕਟਾ ਦੇਣੀ ਹੈ। ਇਸ ਤੋਂ ਬਾਅਦ ਫਿਰ ਮੈਂ ਤਕਰੀਬਨ ਕੋਈ ਨਾ ਕੋਈ ਗਾਚਾ ਬੀਜ ਛੱਡਣਾ, ਗਾਚੇ ਤੋਂ ਬਾਅਦ ਮੈਂ ਸਬਜ਼ੀਆਂ ਬੀਜ ਛੱਡਣੀਆਂ ਨੇ ਬਾਅਦ 'ਚ। ਫਿਰ ਤੁਸੀਂ ਇਹ ਪਹਿਲਾਂ ਕਿਉਂ ਕਟਾ ਦੇਣੀ? ਇਹਨੂੰ ਤਿਆਰ ਕਿਉਂ ਨਹੀਂ, ਮੁਕੰਮਲ ਤਿਆਰ ਕਿਉਂ ਨਹੀਂ ਕਰੋਗੇ ਕਣਕ ਨੂੰ? ਨਹੀਂ, ਮੈਂ ਇਹ ਬਾਅਦ ਫਿਰ ਬਾਅਦ ਦੀ ਤੜਾਈ ਸ਼ੁਰੂ ਹੁੰਦੀ ਫਿਰ ਕਣਕ ਫਿਸ ਜਾਂਦੀ ਹੈ। ਸਹੀ। ਹਾਂਜੀ, ਇਹ ਬਤੌਰੇ ਚਾਰਾ ਇਸਤੇਮਾਲ ਹੋਏਗਾ? ਬਿਲਕੁਲ ਚਾਰਾ ਇਸਤੇਮਾਲ ਹੋਏਗਾ, ਔਰ ਚਾਰਾ ਮੈਂ ਬਹੁਤ ਐਡਵਾਂਸ ਬੀਜਿਆ, ਰਾਏ ਦੇ ਬਰਾਬਰ ਬੀਜਿਆ। ਜਿਵੇਂ ਕਿ ਪਪੀਤਾ ਫਾਰਮਿੰਗ ਹੈ, ਉਹਦੇ 'ਚ ਸਬਜ਼ੀ ਨਹੀਂ ਉਗਾਈ ਜਾ ਸਕਦੀ, ਇਹਦੇ ਬਾਰੇ 'ਚ ਕੀ ਖਿਆਲ ਹੈ ਤੁਹਾਡਾ? ਸਬਜ਼ੀ ਉਗਾਈ ਜਾ ਸਕਦੀ? ਬਿਲਕੁਲ, ਇਸ ਤੇ ਉਗਾਈ ਜਾ ਸਕਦੀ ਹੈ। ਅੱਛਾ ਰਿਜ਼ਲਟ ਮਿਲਦਾ ਹੈ? ਅੱਛਾ ਰਿਜ਼ਲਟ ਬਹੁਤ ਜ਼ਿਆਦਾ ਮਿਲਦਾ। ਅੱਛਾ, ਲੈਟਸ ਸਪੋਜ਼ ਕਿ ਅਗਰ 1 ਏਕੜ 'ਚੋਂ ਅਸੀਂ ਕਣਕ ਲੈ ਰਹੇ ਹਾਂ ਕੋਈ 45 ਮਣ ਜਾਂ 50 ਮਣ, ਤੇ ਅਗਰ ਵਿੱਚ ਬਾਗ ਲਗਾ ਰਹੀ ਹੈ ਤੇ ਤਕਰੀਬਨ ਤੁਸੀਂ ਇਹ ਇੰਜ ਸਮਝੋ ਕਿ 6 ਕਨਾਲ ਦੀ ਹੈ, ਕਿ 2 ਕਨਾਲ ਦਾ ਐਡਵਾਂਟੇਜ ਘਟ ਜਾਏਗਾ। ਠੀਕ, 2 ਕਨਾਲ ਦਾ ਐਡਵਾਂਟੇਜ ਘਟੇਗਾ, ਲੇਕਿਨ ਉਹਦੇ ਨਾਲ ਇਹਦਾ ਪ੍ਰੋਫਿਟ ਅੱਛਾ ਮਿਲ ਜਾਏਗਾ। ਪ੍ਰੋਫਿਟ ਅੱਛਾ ਮਿਲ ਜਾਏਗਾ। ਜਿਸ ਤਰ੍ਹਾਂ ਦੱਸੋ ਕਿ ਦੁਨੀਆ ਭਰ ਤੋਂ ਤੁਹਾਨੂੰ ਦੋਸਤ ਵੀਰ ਭਰਾ ਵੇਖਦੇ ਪਏ ਨੇ, ਤੁਸੀਂ ਐਂਡ ਤੇ ਕਿੰਨੂ ਫਾਰਮਿੰਗ ਦੇ ਹਵਾਲੇ ਨਾਲ ਜਾਂ ਔਰੇਂਜ ਫਾਰਮਿੰਗ ਦੇ ਹਵਾਲੇ ਨਾਲ ਲੋਕਾਂ ਨੂੰ ਮਸ਼ਵਰਾ ਕੀ ਦੇਣਾ ਪਸੰਦ ਕਰੋਗੇ? ਮੈਂ ਤੇ ਵੀਰ ਇਹ ਆਨਾ ਕਿ ਜਿਹੜਾ ਵਕਤ ਹੁਣ ਅਗਾਂਹ ਜਦੀਦ ਆ ਗਿਆ ਨਾ, ਇਸ ਦੇ ਵਿੱਚ ਜਿਹੜਾ ਬਾਗ ਨੂੰ ਤਿਆਰ ਕਰਨਾ ਕੋਈ ਮੁਸ਼ਕਲ ਕੋਈ ਨਹੀਂ। ਬਾਗ ਜਿਹੜਾ ਨਾ ਤਕਰੀਬਨ 3-4 ਸਾਲ 'ਚ ਤਿਆਰ ਹੋ ਜਾਂਦਾ, ਔਰ 3-4 ਸਾਲ ਦੇ ਵਿੱਚ ਸਭ ਤੋਂ ਵੱਡਾ ਐਡਵਾਂਟੇਜ ਇਹ ਹੈ ਕਿ ਤੁਹਾਡੀ ਫਸਲ ਨੂੰ ਕੋਈ ਫਰਕ ਨਹੀਂ ਪਏਗਾ। ਤੁਹਾਡੀ ਫਸਲ ਜੇ 100% ਸੀ ਤੇ 90% ਦੇ ਤਕਰੀਬਨ ਆਏਗੀ। ਉਹ ਫਸਲ ਰੁਟੀਨ ਹੈ, ਜਿੱਦਣ ਤੁਹਾਡਾ ਬਾਗ ਵਿਕਣਾ ਸ਼ੁਰੂ ਹੋ ਜਾਏਗਾ ਤੁਹਾਡੀ ਫਸਲ ਤਕਰੀਬਨ 80% ਤੇ ਹੋ ਜਾਏਗੀ। ਮੁਨਾਫਾ ਹੀ ਆਏਗਾ, ਘਾਟਾ ਵਾਲਾ ਸੌਦਾ ਨਹੀਂ। ਜੀ ਜਨਾਬ, ਮਿਹਨਤ ਬਹੁਤ ਕੰਮ ਹੈ। ਬਹੁਤ ਅੱਛੀ ਇਨਫੋਰਮੇਸ਼ਨ ਨਾਲ ਤੁਸੀਂ ਆਗਾਹ ਕੀਤਾ ਹੈ, ਬਹੁਤ ਮਿਹਰਬਾਨੀ, ਜਜ਼ਾਕ ਅੱਲਾਹ। अस्सलाम वालेकुम। वालेकुम सलाम।